ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬ ਟ੍ਰਿਬਿਊਨ ਟੀਵੀ। ਅੱਜ ਅਸੀਂ ਗੱਲ ਕਰਾਂਗੇ ਰਾਮ ਮੰਦਿਰ ਤੇ ਰਾਮ ਮੰਦਿਰ ਵਾਸਤੇ ਬਣਾਏ ਗਏ ਟਰਸਟ ਦੀ, ਜੋ ਹਾਲ ਹੀ ਵਿਵਾਦਾਂ ਦੇ ਘੇਰੇ ਦੇ ਵਿੱਚ ਸੀਗਾ, ਜਦ ਉਹਨਾਂ ਨੇ 2 ਕਰੋੜ ਦੀ ਜ਼ਮੀਨ 5 ਮਿੰਟ ਬਾਅਦ ਹੀ 18.5 ਕਰੋੜ ਦੀ ਖਰੀਦੀ। ਵਿਵਾਦ ਸਮਾਜਵਾਦੀ ਪਾਰਟੀ ਦੇ ਐਮਐਲਏ ਨੇ ਐਲੀਗੇਸ਼ਨ ਲਾਏ, ਔਰ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿੱਚ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਉਹਨਾਂ ਨੇ ਵੀ ਐਲੀਗੇਸ਼ਨ ਲਾਏ। ਪਰ ਉਹਨਾਂ ਐਲੀਗੇਸ਼ਨਾਂ ਦਾ ਜਵਾਬ ਦੇਣ ਵਿੱਚ ਮੈਨੂੰ ਲੱਗਦਾ ਹੈ ਕਿ ਵੀ ਚੰਪਤ ਰਾਏ ਜਿਹੜੇ ਟਰਸਟ ਦੇ ਟਰਸਟੀ ਸੀਗੇ ਉਹ ਫੇਲ ਹੋਏ। ਇਸ ਵਿਵਾਦ ਔਰ ਬੀਜੇਪੀ ਦੇ ਵਿੱਚ ਆਏ ਹੋਏ ਨਿੰਗਾਰ, ਯਾਨੀ ਪੂਰੇ ਦੇਸ਼ ਦੇ ਵਿੱਚ ਅਗਰ ਅਸੀਂ ਸਥਿਤੀ ਦੇਖੀਏ, ਖਾਸ ਕਰਕੇ ਵੈਸਟ ਬੰਗਾਲ ਦੇ ਇਲੈਕਸ਼ਨ ਤੋਂ ਹਾਰਨ ਤੋਂ ਬਾਅਦ ਬੀਜੇਪੀ ਆਪਣੇ ਰੂਲਡ ਸਟੇਟਸ ਦੇ ਵਿੱਚ ਵੀ ਕੁਝ ਪ੍ਰੋਬਲਮਸ ਫੇਸ ਕਰ ਰਹੀ ਹੈ। ਉਹਨਾਂ ਪ੍ਰੋਬਲਮਸ ਦੇ ਬਾਰੇ ਵੀ ਜ਼ਿਕਰ ਕਰਾਂਗੇ। ਅੱਜ ਸਾਡੇ ਨਾਲ ਜੁੜ ਰਹੇ ਨੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ ਜੀ। ਮਨਪ੍ਰੀਤ, ਤੁਹਾਡਾ ਸਵਾਗਤ ਹੈ। ਮਨਪ੍ਰੀਤ, ਇਹ ਦੱਸੋ, ਇਹ ਰਾਮ ਜਨਮ ਭੂਮੀ ਦਾ ਮਨਪ੍ਰੀਤ ਰਾਮ ਜਨਮ ਭੂਮੀ ਦੇ ਮੁੱਦੇ ਦੇ ਜਿਹੜੀ ਜ਼ਮੀਨ ਖਰੀਦੀ ਗਈ ਹੈ 2 ਕਰੋੜ ਦੀ, 18.5 ਕਰੋੜ ਦੀ, ਆ ਹੈ ਕੀ ਹੈ ਚੀਜ਼? ਇਹ ਕੀ ਕੰਟਰੋਵਰਸੀ ਹੈ ਜਿਹਦਾ ਜਵਾਬ ਨਾ ਭਾਜਪਾ ਦੇ ਰਹੀ ਹੈ, ਨਾ ਟਰਸਟ ਦੇ ਰਿਹਾ, ਨਾ ਟਰਸਟੀ ਦੇ ਰਹੇ ਨੇ? ਦੇਖੋ ਰਾਜੀਵ ਜੀ, ਸੁਪਰੀਮ ਕੋਰਟ ਦਾ ਪਿਛਲੇ ਸਾਲ ਆਰਡਰ ਆਇਆ ਸੀ। ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਇਹ ਟਰਸਟ ਸਥਾਪਿਤ ਕੀਤਾ ਗਿਆ ਨਰਿੰਦਰ ਮੋਦੀ ਸਰਕਾਰ ਵੱਲੋਂ। ਸੈਂਟਰ ਗਵਰਨਮੈਂਟ ਨੇ ਇਹ ਟਰਸਟ ਸਥਾਪਿਤ ਕੀਤਾ ਤਾਂ ਕਿ ਇਸ ਟਰਸਟ ਦੀ ਦੇਖ ਰੇਖ ਦੇ ਵਿੱਚ ਰਾਮ ਮੰਦਿਰ ਦਾ ਨਿਰਮਾਣ ਹੋ ਸਕੇ। ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਅਯੋਧਿਆ ਦੇ ਰਾਮ ਮੰਦਿਰ ਦਾ ਮੁੱਦਾ ਇੰਨਾ ਪੁਰਾਣਾ ਲਟਕਿਆ ਆ ਰਿਹਾ ਸੀ, ਜਦੋਂ ਸੁਪਰੀਮ ਕੋਰਟ ਨੇ ਇਹ ਆਰਡਰ ਦਿੱਤਾ ਜਾਂ ਆਦੇਸ਼ ਦਿੱਤਾ ਕਿ ਇੱਥੇ ਰਾਮ ਮੰਦਿਰ ਬਣਨਾ ਚਾਹੀਦਾ, ਤਾਂ ਬਹੁਤ ਸਾਰੇ ਲੋਕਾਂ ਨੇ ਰਾਹਤ ਦੀ ਸਾਹ ਲਿੱਤੀ। ਉਹ ਇਸ ਕਰਕੇ ਉਹਨਾਂ ਨੇ ਸੁੱਖ ਦਾ ਸਾਹ ਇਸ ਕਰਕੇ ਲਿਆ ਕਿ ਚਲੋ ਇੱਕ ਵਿਵਾਦ ਖਤਮ ਹੋਇਆ, ਰਾਮ ਮੰਦਿਰ ਬਣ ਜਾਏਗਾ, ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਆਸਥਾ, ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਸ਼ਰਧਾ, ਤੇ ਇਹਦੇ ਨਾਲ ਇੱਕ ਵਿਵਾਦ ਖਤਮ ਹੋ ਜਾਏਗਾ ਹਮੇਸ਼ਾ ਦੇ ਲਈ। ਤੇ ਨਾਲ ਦੀ ਨਾਲ ਉਹਨਾਂ ਨੇ ਮੰਦਿਰ ਲਈ ਵੀ ਜਗ੍ਹਾ ਜਿਹੜੀ ਆ ਉਹ ਅਲਾਟ ਕਰ ਦਿੱਤੀ ਆ, ਉਹ ਈਅਰਮਾਰਕ ਕਰਤੀ ਸੀ, ਤੇ ਇੱਕ ਮਸਜਿਦ ਨੂੰ ਵੀ ਜਗ੍ਹਾ ਦੇ ਦਿੱਤੀ ਸੀ ਕਿ ਜਿਹੜੇ ਦੂਸਰਾ ਮੁਸਲਿਮ ਭਾਈਚਾਰਾ ਉਹ ਵੀ ਆਪਣੀ ਇੱਕ ਜਗ੍ਹਾ ਸਥਾਪਿਤ ਕਰ ਸਕਦਾ। ਖੈਰ, ਇਹਦੇ ਵਿੱਚ ਵੀ ਜਿਹੜੇ ਸੁਪਰੀਮ ਕੋਰਟ ਦੀ ਜਿਹੜੀ ਰੂਲਿੰਗ ਆਈ ਸੀ, ਕਿੰਤੂ ਪਰੰਤੂ ਬਹੁਤ ਸੀ, ਲੇਕਿਨ ਜ਼ਿਆਦਾਤਰ ਜਿਹੜੇ ਲੋਕ ਸੀਗੇ ਉਹ ਇਸ ਕਰਕੇ ਚੁੱਪ ਕਰ ਗਏ ਕਿ ਚਲੋ ਕਮ ਸੇ ਕਮ ਸ਼ਾਇਦ ਇਸ ਤਰੀਕੇ ਦੇ ਨਾਲ ਹੁਣ ਇਹ ਇੱਕ ਵਿਵਾਦ ਸੁਲਝ ਜਾਊਗਾ ਤੇ ਇਹ ਕਿਸੇ ਤਰ੍ਹਾਂ ਦਾ ਫਿਰਕੂ ਜਿਹੜੀ ਹਿੰਸਾ ਉਹ ਚੀਜ਼ ਨਹੀਂ ਆਏਗੀ। ਖੈਰ, ਉਸ ਤੋਂ ਬਾਅਦ ਸਾਰੇ ਉਡੀਕ ਕਰਨ ਲੱਗ ਗਏ। ਹੁਣ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਇਹ ਜਿਹੜਾ ਟਰਸਟ ਬਣਾਇਆ ਗਿਆ, ਇਹਦਾ ਨਾਮ ਹੈਗਾ ਸ਼੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰਸਟ। ਇਹ ਧਿਆਨ ਰੱਖਣ ਦੀ ਗੱਲ ਆ, ਇਹ ਟਰਸਟ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ, ਕੇਂਦਰ ਸਰਕਾਰ ਨਰਿੰਦਰ ਮੋਦੀ ਸਰਕਾਰ ਉਹਨਾਂ ਨੇ, ਪ੍ਰਾਈਮ ਮਿਨਿਸਟਰ ਉਹਨਾਂ ਦੇ ਥੱਲੇ ਸੈਂਟਰ ਗਵਰਨਮੈਂਟ ਨੇ ਇਹ ਟਰਸਟ ਬਣਾਇਆ। ਕੰਟਰੋਵਰਸੀ ਕਿਸ ਤਰ੍ਹਾਂ ਹੋਈ? ਜਿਸ ਤਰ੍ਹਾਂ ਤੁਸੀਂ ਆਪ ਦੱਸ ਸਕੇ, ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ, ਇਸੇ ਤਰ੍ਹਾਂ ਸਮਾਜਵਾਦੀ ਪਾਰਟੀ ਦੇ ਵੀ ਇੱਕ ਪੁਰਾਣੇ ਕੈਬਨਿਟ ਮੰਤਰੀ ਆ, ਉਹਨਾਂ ਨੇ ਸਭ ਤੋਂ ਪਹਿਲਾਂ ਇਹ ਮੁੱਦਾ ਸਾਰਿਆਂ ਦੀ ਨਜ਼ਰ ਦੇ ਵਿੱਚ ਲੈ ਕੇ ਆਂਦਾ। ਉਹ ਇਹ ਸੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦੱਸਿਆ ਕਿ ਲਗਭਗ 12,080 ਸਕੁਅਰ ਵਰਗ ਦਾ ਇੱਕ ਏਰੀਆ ਜਿਹੜਾ ਰਾਮ ਮੰਦਿਰ ਜਨਮ ਭੂਮੀ ਦੇ ਬਿਲਕੁਲ ਨੇੜੇ ਆ, ਇਸ ਟਰਸਟ ਨੇ 18 ਮਾਰਚ ਨੂੰ ਇਸ ਨੇ 2 ਕਰੋੜ ਦੀ ਉਹ ਜਗ੍ਹਾ ਖਰੀਦ ਕੇ, ਕਿਸ ਤੋਂ ਖਰੀਦੀ? ਹਰੀਸ਼ ਪਾਠਕ ਤੇ ਕੁਸਮ ਪਾਠਕ। ਹਰੀਸ਼ ਪਾਠਕ ਤੇ ਕੁਸਮ ਪਾਠਕ ਕੌਣ ਨੇ? ਇਹ ਦੋਨੇ ਹਸਬੈਂਡ ਵਾਈਫ ਨੇ। ਇਹਨਾਂ ਤੋਂ ਇੱਕ ਲੈਂਡ ਪਾਰਸਲ ਇਹਨੇ ਦਾ ਖਰੀਦ ਕੇ ਉਹਨੂੰ ਥੋੜੇ ਹੀ ਦੇਰ ਦੇ ਵਿੱਚ, ਜਿਸ ਤਰ੍ਹਾਂ ਤੁਸੀਂ 5 ਮਿੰਟ ਦਾ ਜ਼ਿਕਰ ਕੀਤਾ, ਜਾਂ ਉਸੇ ਦਿਨ ਹੀ ਉਹਨੂੰ 18.5 ਕਰੋੜ ਦੇ ਵਿੱਚ ਟਰਸਟ ਨੇ ਉਹਨਾਂ ਤੋਂ ਖਰੀਦ ਲਿਆ। ਅੱਛਾ, ਤੁਸੀਂ ਇੱਕ ਚੀਜ਼ ਹੋਰ ਦੇਖੋ ਇਹਦੇ ਵਿੱਚ ਰਾਜੀਵ ਜੀ, ਇਹ ਜਾਣਨਾ ਬਹੁਤ ਜ਼ਰੂਰੀ ਆ ਕਿ ਇਹਦੇ ਵਿੱਚ ਜਿਹੜੇ ਪ੍ਰਾਪਰਟੀ ਡੀਲਰਸ ਤੋਂ ਇਹ ਪਹਿਲਾਂ ਵੇਚੀ ਸੀ ਇਹਨਾਂ ਨੇ, ਹਰੀਸ਼ ਪਾਠਕ ਔਰ ਕੁਸਮ ਪਾਠਕ, ਨਾਮ ਯਾਦ ਰੱਖਣੇ ਆ, ਮੈਂ ਜਾਣ ਕੇ ਤੁਹਾਨੂੰ ਦੱਸ ਰਿਹਾ। ਇਹਨਾਂ ਨੇ ਪਹਿਲਾਂ ਸੁਲਤਾਨ ਅੰਸਾਰੀ ਤੇ ਰਵੀ ਮੋਹਨ ਤਿਵਾਰੀ, ਇਹ 2 ਪ੍ਰਾਪਰਟੀ ਡੀਲਰਸ ਨੇ, ਇਹਨਾਂ ਨੂੰ ਵੇਚਤੀ, ਇਹਨਾਂ ਤੋਂ ਟਰਸਟ ਨੇ ਖਰੀਦ ਲਈ। ਇਸ ਕਰਕੇ ਰੌਲਾ ਪੈ ਗਿਆ ਕਿ ਜਿਹੜੀ ਜ਼ਮੀਨ ਥੋੜੀ ਦੇਰ ਪਹਿਲਾਂ 2 ਕਰੋੜ ਦੀ ਵਿਕਦੀ ਆ, ਉਹ 18.5 ਕਰੋੜ ਦੀ ਕਿੱਦਾਂ ਹੋਊਗੀ। ਖੈਰ, ਟਰਸਟ ਦੇ, ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਦੱਸਿਆ ਕਿ ਚੰਪਤ ਰਾਏ, ਉਹਨਾਂ ਦਾ ਬਿਆਨ ਆਉਂਦਾ, ਉਹ ਕਹਿੰਦੇ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਘਪਲਾ ਨਹੀਂ। ਉਹ ਜਨਰਲ ਸੈਕਟਰੀ ਨੇ ਟਰਸਟ ਦੇ ਔਰ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਨੇ। ਉਹਨਾਂ ਨੇ ਕਿਹਾ ਜੀ ਇਹ ਤਾਂ ਪੁਰਾਣੀ ਡੀਲ ਆ, ਇਸ ਕਰਕੇ ਉਦੋਂ 2 ਕਰੋੜ ਦੀ ਸੀ, ਹੁਣ ਨਵੀਂ ਕਿਉਂਕਿ ਹੋਈ ਆ, ਕੀਮਤ ਵੱਧ ਗਈ ਆ,
ਇਸ ਕਰਕੇ ਇਹਦੀ ਕੀਮਤ ਸਾਨੂੰ 18.5 ਕਰੋੜ ਰੁਪਏ ਦੇਣੇ ਪਏ। ਲੇਕਿਨ ਨਹੀਂ, ਫਿਰ ਇਹਦੇ ਡਾਕੂਮੈਂਟਸ ਬਾਹਰ ਆਏ। ਡਾਕੂਮੈਂਟਸ ਦੇ ਵਿੱਚ ਸਾਰਿਆਂ ਵਿੱਚ ਇਹ ਦੱਸਿਆ ਗਿਆ ਕਿ ਇਹ ਜਦੋਂ ਡਾਕੂਮੈਂਟਸ ਡੀਲ ਹੋਈ ਸੀ, ਰਜਿਸਟਰੀ ਹੋਈ ਸੀ, ਜਿਹੜੇ ਵਿਟਨੈਸਿਸ ਨੇ ਇਸ ਤੇ ਸਾਈਨ ਕੀਤਾ ਸੀ, ਮੈਂ ਤੁਹਾਨੂੰ ਥੋੜਾ ਜਿਹਾ ਉਹਨਾਂ ਬਾਰੇ ਵੀ ਦੱਸ ਦਿੰਦਾ। ਉਹਨਾਂ ਨੇ ਇਹ ਦੱਸਿਆ ਸੀ ਕਿ ਇਸ ਡੀਲ ਦੇ ਵਿੱਚ ਇਸ ਉੱਤੇ ਪਹਿਲਾਂ ਦਾ ਕੋਈ ਬਿਆਨਾ ਨਹੀਂ ਸੀ ਹੋਇਆ, ਪਹਿਲਾਂ ਕੋਈ ਐਗਰੀਮੈਂਟ ਨਹੀਂ ਸੀ ਹੋਇਆ, ਪਿਛਲਾ ਕੋਈ ਇਹ ਨਹੀਂ ਸੀ ਕਿ ਐਡਵਾਂਸ ਦਿੱਤਾ, ਕੁਝ ਨਹੀਂ ਸੀ ਇਸ ਤਰ੍ਹਾਂ ਦਾ ਹੋਇਆ। ਇਹਦੇ ਵਿੱਚ ਰਿਸ਼ੀਕੇਸ਼ ਉਪਾਧਿਆ, ਮੇਅਰ ਨੇ ਅਯੋਧਿਆ ਦੇ, ਉਹਨਾਂ ਦੇ ਹਸਤਾਖਰ ਨੇ, ਉਹਨਾਂ ਦੇ ਸਿਗਨੇਚਰ ਨੇ। ਇਸੇ ਤਰ੍ਹਾਂ ਅਨਿਲ ਮਿਸ਼ਰਾ, ਉਹ ਵੀ ਭਾਜਪਾ ਦੇ ਨੇ, ਟਰਸਟ ਦੇ ਮੈਂਬਰ ਨੇ, ਉਹਨਾਂ ਦੇ ਸਾਈਨ ਨੇ। ਇਹ ਦੋਨੇ ਇਹਨਾਂ ਨੇ ਸਾਈਨ ਕੀਤੇ ਆ। ਜਦੋਂ ਇਹ ਰੌਲਾ ਪਿਆ ਤੇ ਰਾਜੀਵ ਜੀ, ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਸਭ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਦੇਖੋ ਜੀ, ਇਹ ਤਾਂ ਆਸਥਾ ਦਾ ਸਵਾਲ ਆ, ਤੁਸੀਂ ਰਾਮ ਮੰਦਿਰ ਨਹੀਂ ਬਣਨਾ ਦੇਣਾ ਚਾਹੁੰਦੇ। ਨਹੀਂ, ਰਾਮ ਮੰਦਿਰ ਦੀ ਗੱਲ ਨਹੀਂ ਹੈ, ਗੱਲ ਹੈ ਕਿ ਉਸ ਟਰਸਟ ਦੀ, ਉਸ ਨੇ ਜਿਨ੍ਹਾਂ ਲੋਕਾਂ ਦੀ ਸ਼ਰਧਾ ਸੀ, ਬੜੇ ਸ਼ਰਧਾ ਭਾਵ ਨਾਲ ਜਿਨ੍ਹਾਂ ਨੇ ਲੱਖਾਂ ਕਰੋੜਾਂ ਦਾ ਚੰਦਾ ਦਿੱਤਾ ਸੀ, ਉਹਨਾਂ ਦਾ ਚੰਦਾ ਆਇਆ ਸੀ। ਤੇ ਜੇ ਉਸ ਦਾ ਕੋਈ ਗਲਤ ਇਸਤੇਮਾਲ ਹੁੰਦਾ ਤੇ ਉਹਦੀ ਸਿਕਿਉਰਿਟੀ, ਉਹਦੀ ਜਾਂਚ, ਉਹਦੀ ਇਨਵੈਸਟੀਗੇਸ਼ਨ ਕਰਨੀ ਜ਼ਰੂਰੀ ਹੈ। ਲੇਕਿਨ ਇੱਥੇ ਕੰਮ ਖਤਮ ਨਹੀਂ ਹੋ ਜਾਂਦਾ। ਅੱਜ ਤੁਹਾਨੂੰ ਮੈਂ ਹੋਰ ਗੱਲ ਦੱਸਾਂ, ਇਹ ਜ਼ਮੀਨ ਜਿੱਥੇ ਹੈ, ਇਹ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਆ, ਜਿੱਥੇ ਰਾਮ ਮੰਦਿਰ ਬਣਨਾ, ਉੱਥੋਂ 2.5-3 ਕਿਲੋਮੀਟਰ ਦੂਰ ਆ ਇੱਥੇ ਰਾਜੀਵ ਅਮਰੂਦਾਂ ਦਾ ਬਾਗ ਆ, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ, 12,080 ਸਕੁਅਰ ਫੀਟ। ਇੱਕ ਹੋਰ ਫਿਰ ਗੱਲ ਸਾਹਮਣੇ ਆਈ ਕਿ ਇਸ ਦੇ ਬਿਲਕੁਲ ਨਾਲ ਲੱਗਦਾ ਇੱਕ ਰਕਬਾ ਹੋਰ ਆ, ਉਹ ਹੈਗਾ 10,000 ਦੇ ਕਰੀਬ, ਜਿਹੜਾ ਵਰਗ ਦਾ 10,370 ਸਕੁਅਰ ਵਰਗ ਦਾ ਇੱਕ ਹੋਰ ਉੱਥੇ ਪਾਰਸਲ ਆ, ਲੈਂਡ ਪਾਰਸਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਉਸ ਨੂੰ ਉਸੇ ਦਿਨ 18 ਮਾਰਚ ਨੂੰ 8 ਕਰੋੜ ਦੇ ਵਿੱਚ ਖਰੀਦਿਆ ਗਿਆ। ਤੁਸੀਂ ਆਪ ਦੱਸੋ, ਬਿਲਕੁਲ ਨਾਲ ਲੱਗਦੇ ਪਲਾਟ ਹੋਣ, ਇੱਕ ਜਿਹੜਾ 12,080 ਸਕੁਅਰ ਵਰਗ ਦਾ ਉਹ 18.5 ਕਰੋੜ ਚ, ਉਹਦੇ ਨਾਲ ਜਿਹੜਾ ਹੈਗਾ 10,370 ਸਕੁਅਰ ਵਰਗ ਦਾ, ਉਹ ਤੁਸੀਂ ਦੇਖੋ 8 ਕਰੋੜ ਚ। ਇੱਥੇ ਗੱਲ ਸਮਾਪਤ ਨਹੀਂ ਹੁੰਦੀ। ਅੱਜ ਜੇ ਆਪਾਂ ਇਹ ਗੱਲ ਕਰਨ ਲੱਗੇ ਆ ਰਾਜੀਵ ਜੀ, ਤੇ ਇਸ ਗੱਲ ਨੂੰ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਲੋਕਾਂ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੀਦਾ। ਇਹ ਕੌਣ ਨੇ ਕੁਸਮ ਪਾਠਕ ਤੇ ਹਰੀਸ਼ ਪਾਠਕ? ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਊਗੀ ਕਿ ਜਿਹੜੇ ਹਰੀਸ਼ ਪਾਠਕ ਆ, ਜਿਨ੍ਹਾਂ ਤੋਂ ਇਹ ਜ਼ਮੀਨ ਖਰੀਦੀ ਗਈ ਆ, ਨਿਊਜ਼ ਲਾਂਡਰੀ ਨੇ ਇੱਕ ਸਟੋਰੀ ਕੀਤੀ ਆ। ਮੈਂ ਉਹਦਾ ਹਵਾਲਾ ਦੇ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਇਹ ਜਿਹੜੇ ਹਰੀਸ਼ ਪਾਠਕ ਆ, ਇਹਨਾਂ ਨੂੰ ਸਨ 2019 ਦੇ ਵਿੱਚ ਪ੍ਰੋਕਲੇਮਡ ਆਫੈਂਡਰ ਕੋਰਟ ਵੱਲੋਂ ਡਿਕਲੇਅਰ ਕੀਤਾ ਜਾ ਚੁੱਕਾ। ਯਾਨੀ ਕਿ ਇਹ ਭਗੌੜੇ ਨੇ ਪੁਲਿਸ ਦੇ, ਤੇ ਪੁਲਿਸ ਇਹਨਾਂ ਨੂੰ ਲੱਭ ਨਹੀਂ ਪਾ ਰਹੀ, ਤੇ ਇਹ ਆ ਕੇ ਡੀਲਸ ਕਰ ਰਹੇ ਆ। ਅੱਗੇ ਸੁਣੋ ਜੀ। ਜ਼ਮੀਨ ਵੇਚ ਗਏ, ਭਗੌੜੇ ਸੀਗੇ ਪਰ ਜ਼ਮੀਨ ਵੇਚ ਗਏ, ਜ਼ਮੀਨ ਆ ਕੇ ਵੇਚਦੀ। ਔਰ ਦੇਖੋ, ਮੇਅਰ ਦੇ ਜਿਹੜੇ ਅਯੁੱਧਿਆ ਦੇ ਮੇਅਰ ਨੇ, ਜਿਨ੍ਹਾਂ ਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਉਹਨਾਂ ਦੇ ਘਰ ਜਿਹੜੀ ਇਹ ਡੀਲ ਹੋ ਰਹੀ ਆ, ਤੇ ਇਹ ਵਿਅਕਤੀ ਉੱਥੇ ਆ ਕੇ ਡੀਲ ਕਰ ਰਹੇ ਨੇ, ਆਪਣੀ ਜ਼ਮੀਨ ਵੇਚ ਰਹੇ ਨੇ। ਇਹਨਾਂ ਨੇ ਇੱਕ ਚੀਜ਼ ਹੋਰ ਤੁਸੀਂ ਦੇਖੋ, ਸਨ 2009 ਦੇ ਵਿੱਚ ਇੱਕ ਕੰਪਨੀ ਚਲਾਈ ਜਿਸ ਦਾ ਨਾਮ ਸੀ ਸਾਕੇਤ ਗੋਟ ਫਾਰਮਿੰਗ ਕੰਪਨੀ। ਸਾਕੇਤ ਗੋਟ ਫਾਰਮਿੰਗ ਕੰਪਨੀ ਕੀ ਸੀਗਾ ਇਹ? ਇਹਦੀ ਗੱਲ ਸੁਣ ਲਓ। ਇਹ ਕਹਿੰਦੇ ਸੀ ਵੀ ਸਾਨੂੰ 5,000 ਰੁਪਇਆ ਦਿਓ, ਅਸੀਂ ਤੁਹਾਨੂੰ 42 ਮਹੀਨਿਆਂ ਦੇ ਵਿੱਚ 42 ਮੰਥਸ 42 ਮਹੀਨਿਆਂ ਦੇ ਵਿੱਚ 8,000 ਰੁਪਇਆ ਦੇ ਦਾਂਗੇ। ਜੇ ਅਸੀਂ ਤੁਹਾਨੂੰ 8,000 ਰੁਪਇਆ ਨਹੀਂ ਦੇ ਸਕੇ ਤੇ ਅਸੀਂ ਜਿਹੜੀਆਂ ਉਹਦੇ ਏਵਜ਼ ਦੇ ਵਿੱਚ 2 ਬੱਕਰੀਆਂ ਦੇਵਾਂਗੇ, ਕਿਉਂਕਿ ਫਾਰਮਿੰਗ, ਗੋਟ ਫਾਰਮਿੰਗ, ਠੀਕ ਹੈ ਜੀ। ਬਹੁਤ ਸਾਰੇ ਲੋਕਾਂ ਨੇ ਰਾਜੀਵ ਜੀ ਤੁਸੀਂ ਦੇਖੋ ਕਰੋੜਾਂ ਰੁਪਇਆ ਇਹਦੇ ਵਿੱਚ ਲਾ ਦਿੱਤਾ। ਜਿਹੜੇ ਸ਼ਿਕਾਇਤਕਰਤਾ ਨੇ ਇਸ ਨਿਊਜ਼ ਲਾਂਡਰੀ ਦੇ ਮੁਤਾਬਕ, ਸਾਗਰ ਨੇ ਇੱਕ, ਉਹਨਾਂ ਨੇ 30 ਲੱਖ ਰੁਪਏ ਆਪ ਵੀ ਪੈਸੇ ਲਾਏ, ਲੋਕਾਂ ਤੋਂ ਵੀ ਪੈਸੇ ਲਵਾਏ, 30 ਲੱਖ ਰੁਪਏ ਦੇ ਇਸ ਜਿਹੜੀ ਕੰਪਨੀ ਦੇ ਵਿੱਚ ਪੈਸੇ ਲਵਾਏ। ਇਸੇ ਤਰ੍ਹਾਂ ਸੁਨੀਲ ਕੁਮਾਰ ਸ਼ੁਕਲਾ ਨੇ, ਉਹਨਾਂ ਨੇ 35,000 ਰੁਪਏ ਆਪ ਲਾਏ, ਲੋਕਾਂ ਤੋਂ ਲਗਭਗ 40 ਲੱਖ ਰੁਪਇਆ ਲਵਾਇਆ। ਲక్ష్ਮੀ ਨਾਰਾਇਣ, ਰਾਕੇਸ਼ ਕੁਮਾਰ, ਇਸ ਤਰ੍ਹਾਂ ਦੇ ਬਹੁਤ ਸਾਰੇ ਵਿਅਕਤੀ ਨੇ ਜਿਨ੍ਹਾਂ ਨੇ ਇਹ ਪੈਸੇ ਲਾਏ। ਇਹ 42 ਮਹੀਨੇ ਹੁੰਦੇ, ਇਹ ਬੰਦੇ ਭੱਜ ਜਾਂਦੇ ਨੇ। ਮੇਰਾ ਕਹਿਣ ਦਾ ਮਤਲਬ ਥੋੜਾ ਜਿਹਾ ਵਿਸਤਾਰ ਨਾਲ ਇਸ ਕਰਕੇ ਦੱਸਣਾ ਪਿਆ ਕਿ ਇਹਨਾਂ ਲੋਕਾਂ ਤੋਂ ਜ਼ਮੀਨਾਂ ਖਰੀਦੀਆਂ ਗਈਆਂ, ਇਸ ਭਾਅ ਖਰੀਦੀਆਂ ਗਈਆਂ, ਤੇ ਕਿਹੜੇ ਵਿਟਨੈਸ ਆ ਉਹਨਾਂ ਤੋਂ ਖਰੀਦੀਆਂ ਗਈਆਂ। ਮੈਂ ਤਾਂ ਦੱਸ ਰਿਹਾ ਸੀ ਕਿ ਇਹਦੀ ਜਾਂਚ ਜ਼ਰੂਰੀ ਆ। ਹੁਣ ਇਹ ਲੋਕ ਕੀ ਕਹਿੰਦੇ ਆ, ਇਹ ਲੋਕ ਥੋੜਾ ਜਿਹੜੇ ਬੀਜੇਪੀ ਦੇ ਆ, ਇਹ ਲੋਕ ਕਹਿ ਰਹੇ ਨੇ, ਇਹ ਟਵਿਸਟ ਕਰ ਰਹੇ ਨੇ ਕਿ ਦੇਖੋ ਜੀ, ਇੱਥੇ ਤਾਂ ਸ਼੍ਰੀ ਰਾਮ ਦੀ ਆਸਥਾ ਦੇ ਵਿੱਚ ਕੋਈ ਸਵਾਲ ਨਹੀਂ ਖੜਾ ਕਰ ਰਿਹਾ। ਜਿਹੜੇ ਸਵਾਲ ਪੈਦਾ ਹੁੰਦਾ, ਦੇਖੋ ਜਿੰਨੀ ਵੀ ਗੱਲਾਂ ਤੁਸੀਂ ਐਕਸਪਲੇਨ ਕੀਤੀ, ਇਹ ਗੱਲ ਤੇ ਤੈਅ ਵੇ ਕਿ ਕੋਈ ਨਾ ਕੋਈ ਕਪਲਾ ਹੋਇਆ, ਕੋਈ ਨਾ ਕੋਈ, ਬਲਕਿ ਸਿੱਧੇ ਤੌਰ ਤੇ
ਜਿਹੜੀ ਜ਼ਮੀਨ 5 ਮਿੰਟ ਪਹਿਲੇ 2 ਕਰੋੜ ਦੀ ਜਿਹਦੀ ਡੀਲ ਹੋਈ, ਉਹਦੀ ਰਜਿਸਟਰੀ ਹੋਈ, ਉਹ ਠੀਕ 5 ਮਿੰਟ ਬਾਅਦ ਜਾਂ ਕੁਝ ਮਿੰਟਾਂ ਬਾਅਦ 18.5 ਕਰੋੜ ਦੀ ਟਰਸਟ ਨੇ ਖਰੀਦੀ। ਇਹ ਮੋਟੇ ਤੌਰ ਤੇ ਕੋਈ ਅਨਪੜ੍ਹ ਵਿਅਕਤੀ ਵੀ ਇਸ ਤੋਂ ਅੰਦਾਜ਼ਾ ਲਾ ਸਕਦਾ ਵੀ ਕੁਛ ਨਾ ਕੁਛ ਤੇ ਘਪਲਾ ਹੋਇਆ ਹੀ ਹੋਇਆ। ਪਰ ਚੰਪਤ ਰਾਏ ਉਹਨਾਂ ਨੇ ਜਦ ਆਪਣਾ ਬਿਆਨ ਦਿੱਤਾ ਤੇ ਉਹਨੇ ਕਿਹਾ ਵੀ ਨਹੀਂ ਕੁਛ ਨਹੀਂ, ਇਹ ਆਸਥਾ ਦਾ ਸਵਾਲ ਹੈ, ਉਹ ਲੋਕ ਨੇ ਸਾਡੇ ਉੱਤੇ ਐਲੀਗੇਸ਼ਨ ਲਾਉਂਦੇ ਰਹਿੰਦੇ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੇ ਗਾਂਧੀ ਦੀ ਹੱਤਿਆ ਦਾ ਵੀ ਸਾਡੇ ਉੱਤੇ ਐਲੀਗੇਸ਼ਨ ਲਾਇਆ ਸੀਗਾ। ਪਰ ਇਹ ਸਾਰੇ ਮਸਲੇ ਦੇ ਉੱਤੇ ਭਾਜਪਾ ਦਾ, RSS ਦਾ, ਵਿਸ਼ਵ ਹਿੰਦੂ ਪਰਿਸ਼ਦ ਦਾ ਜਾਂ ਹੋਰ ਮਹੰਤਾਂ ਦਾ ਕੀ ਇੱਕ ਤਰੀਕੇ ਨਾਲ ਦ੍ਰਿਸ਼ਟੀਕੋਣ ਹੈਗਾ? ਦੇਖੋ, ਹਜੇ ਤੱਕ ਭਾਜਪਾ ਨੇ ਤਾਂ ਇਸ ਗੱਲ ਨੂੰ ਮੰਨਿਆ ਨਹੀਂ। ਉਹ ਚਾਹੁੰਦੀ ਨਹੀਂ ਕਿ ਇਸ ਦੀ ਕਿਸੇ ਵੀ ਤਰ੍ਹਾਂ ਦੀ ਜਾਂਚ ਹੋਵੇ। ਤੁਸੀਂ ਦੇਖੋ, ਜਿਹੜੇ ਆਚਾਰਿਆ ਨੇ ਸਵਰੂਪਾਨੰਦ, ਉਹਨਾਂ ਨੇ ਵੀ ਆ ਕੇ ਇਹ ਗੱਲ ਕਹੀ ਆ ਕਿ ਜਿਹੜੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਹੋਰ ਵੀ ਜਿਹੜੇ ਆਸੇ-ਪਾਸੇ ਬਹੁਤ ਮਾਇਨੇ ਰੱਖਦੇ ਨੇ ਮੱਠ ਨੇ, ਜਿਨ੍ਹਾਂ ਦੇ ਆਚਾਰਿਆਜ਼ ਨੇ, ਜਿਹੜੇ ਇਸ ਚੀਜ਼ ਦੇ ਨਾਲ ਜੁੜੇ ਨੇ ਆਸਥਾ ਨਾਲ, ਉਹਨਾਂ ਨੇ ਇਹ ਗੱਲ ਕਹੀ ਹੈ। ਲੇਕਿਨ ਭਾਰਤੀ ਜਨਤਾ ਪਾਰਟੀ ਜਾਂ ਜਿਨ੍ਹਾਂ ਦੀ ਤੁਸੀਂ ਚੰਪਤ ਰਾਏ ਦੀ ਗੱਲ ਕਰ ਰਹੇ ਹੋ, ਜਨਰਲ ਸੈਕਟਰੀ ਨੇ, ਜੇ ਇੰਨਾ ਸਾਫ਼ ਸੁਥਰਾ, ਇੰਨਾ ਪਾਰਦਰਸ਼ਤਾ ਵਾਲਾ ਮਾਮਲਾ, ਤੇ ਇਹਦੀ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ? ਔਰ ਦੇਖੋ ਰਾਜੀਵ ਜੀ, ਇਹ ਗੱਲ ਕਹਿਣੀ ਬਿਲਕੁਲ ਗਲਤ ਆ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਆਸਥਾ ਤੇ ਕੋਈ ਸਵਾਲ ਨਹੀਂ ਖੜੇ ਕਰ ਰਿਹਾ, ਕੋਈ ਨਹੀਂ ਕਹਿ ਰਿਹਾ ਕਿ ਸ਼੍ਰੀ ਰਾਮ ਦਾ ਮੰਦਿਰ ਨਹੀਂ ਬਣਨਾ ਚਾਹੀਦਾ। ਲੋਕੀ ਚਾਹੁੰਦੇ ਨੇ, ਗੱਲ ਹੋ ਰਹੀ ਹੈ ਕਿ ਜੇ ਟਰਸਟ ਨੇ ਕੋਈ ਘਪਲਾ ਕੀਤਾ। ਔਰ ਤੁਸੀਂ ਦੇਖੋ, 2 ਪਾਰਸਲ ਖਰੀਦੇ ਗਏ ਨੇ, ਇੱਕ 18.5 ਕਰੋੜ ਦੇ ਵਿੱਚ, ਜਿਹੜਾ ਤੁਸੀਂ ਕਹਿੰਦੇ 2 ਕਰੋੜ ਦਾ, 18.5 ਕਰੋੜ ਦਾ। ਤੇ ਜਦੋਂ ਇਹ ਕਹਿੰਦੇ ਕਿ ਜੀ ਉੱਥੇ ਜ਼ਮੀਨ ਦੇ ਭਾਅ ਬੜੇ ਮਹਿੰਗੇ ਨੇ, ਤੇ ਫਿਰ ਤੁਸੀਂ ਨਾਲ ਦਾ ਜਿਹੜਾ ਪਲਾਟ ਆ ਉਹਨਾਂ ਤੋਂ ਹੀ ਉਹ ਤੁਸੀਂ 8 ਕਰੋੜ ਚ ਖਰੀਦ ਰਹੇ ਹੋ। ਸੋ ਸ਼ੱਕ ਸ਼ੁਬੇ ਪੈਦਾ ਹੁੰਦੇ ਨੇ। ਜੇ ਇਹ ਤੇ ਇਨਵੈਸਟੀਗੇਸ਼ਨ ਦਾ ਸਵਾਲ ਹੈ, ਇਨਵੈਸਟੀਗੇਸ਼ਨ ਹੋਣੀ ਬਹੁਤ ਜ਼ਰੂਰੀ ਹੈ, ਚਾਹੇ ਭਾਜਪਾ ਦਾ, ਚਾਹੇ RSS ਦਾ, ਜਾਂ ਕਿਸੇ ਹੋਰ ਹਿੱਤ ਦਾ, ਜਾਂ ਕੋਈ ਵੀ ਇਹ ਕਹੇ ਕਿ ਇਹ ਇਨਵੈਸਟੀਗੇਸ਼ਨ ਦੀ ਲੋੜ ਨਹੀਂ। ਆਸਥਾ ਦਾ ਸਵਾਲ ਹੈ ਤੇ ਆਪਣੇ ਆਪ ਵਿੱਚ ਹੀ ਕਿਸੇ ਸਕੈਮ ਨੂੰ ਪ੍ਰੋਟੈਕਟ ਕਰਨ ਵਾਲੀ ਗੱਲ ਹੈਗੀ ਹੈ। ਹੁਣ ਦੂਜੇ ਪਾਸੇ ਦੇਖੀਏ ਅਸੀਂ, ਭਾਜਪਾ ਨੇ ਵੈਸਟ ਬੰਗਾਲ ਦੇ ਇਲੈਕਸ਼ਨ ਲੜਨ ਵਾਸਤੇ ਪੂਰੀ ਤਾਕਤ ਝੋਂਕਦੀ। ਇਲੈਕਸ਼ਨ ਦਾ ਰਿਜ਼ਲਟ 2 ਮਈ ਨੂੰ ਆਇਆ। 2 ਮਈ ਨੂੰ ਭਾਜਪਾ ਚਲੋ 77 ਸੀਟਾਂ ਲਿਜਾਣ ਦੇ ਵਿੱਚ ਕਾਮਯਾਬ ਤੇ ਹੋਈ, ਪਰ ਉੱਥੇ ਮਮਤਾ ਬੈਨਰਜੀ ਤੀਜੀ ਵਾਰ ਲਗਾਤਾਰ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਈ। ਉੱਥੇ ਤੱਕ ਤੇ ਗੱਲ ਠੀਕ ਹੈ, ਵੈਸਟ ਬੰਗਾਲ ਦੇ ਵਿੱਚ ਭਾਜਪਾ ਹਾਰ ਗਈ, ਇਹ ਗੱਲ ਸਭ ਨੇ ਮੰਨੀ। ਪਰ ਨਾਲ ਦੇ ਨਾਲ ਦੂਜੇ ਸੂਬਿਆਂ ਦੇ ਵਿੱਚ, ਖਾਸ ਕਰਕੇ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਔਰ ਕਰਨਾਟਕਾ ਦੀ ਗੱਲ ਕਰੀਏ, ਜਾਂ ਪੰਜਾਬ ਦੀ ਵੀ ਗੱਲ ਕਰੀਏ, ਜਾਂ ਹੋਰ ਕਈ ਇਸ ਤਰ੍ਹਾਂ ਦੇ ਸੂਬੇ ਸੀ ਜਿੱਥੇ ਭਾਜਪਾ ਦਾ ਸ਼ਾਸਨ ਸੀ, ਉੱਥੇ ਭਾਜਪਾ ਨੂੰ ਸ਼ਾਸਨ ਚਲਾਉਣ ਦੇ ਵਿੱਚ ਦਿੱਕਤਾਂ ਆ ਰਹੀਆਂ। ਪਹਿਲੇ ਇਹ ਮੰਨਿਆ ਜਾਂਦਾ ਸੀ ਭਾਜਪਾ ਕਾਂਗਰਸ ਰੂਲਡ ਸਟੇਟ ਜਾਂ ਆਪੋਜੀਸ਼ਨ ਰੂਲਡ ਸਟੇਟ ਦੇ ਵਿੱਚ ਇੱਦਾਂ ਦੀ ਪ੍ਰੋਬਲਮ ਕ੍ਰੀਏਟ ਕਰਕੇ, ਉੱਥੇ ਜਿੱਦਾਂ ਗੋਆ ਦੇਖੀਏ ਜਾਂ ਮੱਧ ਪ੍ਰਦੇਸ਼ ਦੇਖੀਏ ਜਾਂ ਰਾਜਸਥਾਨ ਦੇ ਵਿੱਚ ਵੀ ਇੱਦਾਂ ਦੀ ਕੋਸ਼ਿਸ਼ਾਂ ਕੀਤੀ ਗਈਆਂ। ਭਾਜਪਾ ਨੇ ਥੱਲੇ ਉੱਤੇ ਹੋ ਕੇ ਸਰਕਾਰਾਂ ਬਣਾਈਆਂ। ਅੱਜ ਉਹੀ ਭਾਜਪਾ ਆਪਣੇ ਖੇਡੇ ਹੋਏ ਖੇਲ ਦੇ ਵਿੱਚ ਫਸ ਰਹੀ ਹੈ। ਕੀ ਲੱਗਦਾ ਹੈ ਬਣੂਗਾ ਕੀ? ਦੇਖੋ, ਬਿਲਕੁਲ ਰਾਜੀਵ, ਤੁਸੀਂ ਠੀਕ ਕਿਹਾ। ਇਸ ਟਾਈਮ ਭਾਰਤੀ ਜਨਤਾ ਪਾਰਟੀ ਬਹੁਤ ਔਖੇ ਸੰਕਟ ਚੋਂ ਲੰਘ ਰਹੀ ਹੈ। ਪੋਲੀਟੀਕਲ ਸੰਕਟ ਉਹਨਾਂ ਲਈ ਬਹੁਤ ਵੱਡਾ। ਵੈਸਟ ਬੰਗਾਲ ਦੇ ਵਿੱਚ ਹਾਰ ਜਾਣਾ, ਔਰ ਬਹੁਤ ਬੁਰੀ ਤਰ੍ਹਾਂ ਹਾਰ ਜਾਣਾ, ਜਿੱਥੇ ਅਮਿਤ ਸ਼ਾਹ ਗ੍ਰਹਿ ਮੰਤਰੀ ਕਹਿੰਦੇ ਸੀ ਕਿ ਅਸੀਂ 200 ਤੋਂ ਵੱਧ ਸੀਟਾਂ ਲੈ ਕੇ ਜਾਵਾਂਗੇ। ਔਰ ਦੂਸਰੇ ਪਾਸੇ COVID-19 ਵਾਇਰਸ ਦੇ ਸੰਕਟ ਦੇ ਵਿੱਚ ਫਸ ਜਾਣਾ। ਪੂਰੀ ਦੁਨੀਆ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਆ, ਉਹਦੀ ਪੂਰੀ ਦੁਨੀਆ ਦੇ ਵਿੱਚ ਆਲੋਚਨਾ ਹੋਈ ਕਿ ਜਿਸ ਤਰ੍ਹਾਂ ਉਹਨਾਂ ਨੇ COVID-19 ਦੇ ਪ੍ਰਬੰਧਾਂ ਦੇ ਵਿੱਚ ਅਣਗਹਿਲੀਆਂ ਕੀਤੀਆਂ, ਕੇਅਰਲੈਸਨੈਸ ਕੀਤੀ, ਔਰ ਜਿਸ ਕਰਕੇ ਆਕਸੀਜਨ ਦੀ ਕਮੀ ਕਰਕੇ, ਵੈਂਟੀਲੇਟਰਸ ਦੀ ਕਮੀ ਕਰਕੇ, ਜਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਵਸਥਾਵਾਂ ਠੀਕ ਨਹੀਂ ਸੀ, ਉਹਨਾਂ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ। ਲੇਕਿਨ ਭਾਜਪਾ ਇਹਨੂੰ, ਜਾਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਇਹਨੂੰ ਸਵੀਕਾਰਦੀ ਨਹੀਂ ਹੈ, ਇਹਨੂੰ ਮੰਨਦੀ ਨਹੀਂ ਹੈ। ਲੇਕਿਨ ਇਹਦਾ ਅਸਰ ਕੀ ਹੋਇਆ? ਇਹਨਾਂ ਦਾ, ਯਾਨੀ ਕਿ ਭਾਜਪਾ ਦਾ, ਭਾਰਤੀ ਜਨਤਾ ਪਾਰਟੀ ਦਾ ਵੈਸਟ ਬੰਗਾਲ ਤੋਂ ਹਾਰਨ ਤੋਂ ਬਾਅਦ, ਔਰ ਜਿਸ ਤਰ੍ਹਾਂ ਇਹਨਾਂ ਨੇ COVID-19 ਦੇ ਵਾਇਰਸ ਦੇ ਪ੍ਰਬੰਧ ਕੀਤੇ, ਔਰ ਉਸ ਤੋਂ ਬਾਅਦ ਤੁਹਾਨੂੰ ਮੈਂ ਵੀ ਦੱਸਦਾ ਕਿ ਵੈਕਸੀਨ ਟਾਈਮ ਸਿਰ ਨਾ ਖਰੀਦਣ ਕਰਕੇ ਇਹਨਾਂ ਦਾ ਗ੍ਰਾਫ ਬਹੁਤ ਥੱਲੇ ਡਿੱਗ ਪਿਆ। ਅੱਜ ਪਹਿਲਾਂ ਤੁਸੀਂ ਵੈਸਟ ਬੰਗਾਲ ਦੀ ਗੱਲ ਕਰ ਲਓ। ਸਥਿਤੀ ਉੱਥੇ ਇਹ ਆ ਕਿ ਜਿਹੜੇ ਭਾਜਪਾ ਦੇ ਬਹੁਤ ਸਾਰੇ ਵਰਕਰਸ ਆ, ਉਹ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਦਫ਼ਤਰ ਦੇ ਅੱਗੇ ਜਾ ਕੇ ਧਰਨੇ ਲਾ ਰਹੇ ਆ, ਪਲੈਕਾਰਡ ਲੈ ਕੇ, ਬੋਰਡ ਲੈ ਕੇ, ਕਿ ਸਾਨੂੰ ਤ੍ਰਿਣਮੂਲ ਕਾਂਗਰਸ ਪਾਰਟੀ 'ਚ ਵਾਪਸ ਸ਼ਾਮਿਲ ਕਰੋ। ਔਰ ਰਾਜੀਵ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਘੱਟੋ ਘੱਟ 30 ਤੋਂ ਲੈ ਕੇ 35 ਜਿਹੜੇ ਇਸ ਟਾਈਮ ਭਾਜਪਾ ਦੇ ਹੀ MLA ਨੇ, ਉਹ ਤ੍ਰਿਣਮੂਲ ਕਾਂਗਰਸ ਦੇ ਨਾਲ ਇਨ ਟੱਚ ਆ, ਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਸਾਨੂੰ ਵਾਪਸ ਲਓ, ਤਾਂ ਕਿ ਉਹਨਾਂ ਤੇ ਐਂਟੀ ਡਿਫੈਕਸ਼ਨ ਲਾਅ ਜਿਹੜਾ ਉਹ ਕਿਸੇ ਤਰ੍ਹਾਂ ਉਹਨਾਂ ਤੇ ਲਾਗੂ ਨਾ ਹੋ ਸਕੇ। ਮੁਕੁਲ ਰॉय ਨੇ ਜਿਹੜੇ
ਜਿਹੜੇ ਕਿਸੇ ਟਾਈਮ ਮਮਤਾ ਬੈਨਰਜੀ ਦੇ ਸੱਜੀ ਬਾਹ ਮੰਨੀ ਜਾਂਦੇ ਸੀ, ਉਹ ਆਲਰੇਡੀ ਵਾਪਸ ਆ ਗਏ ਆ। ਇਸ ਟਾਈਮ ਦੇਖੋ ਤੁਸੀਂ ਉਹਨਾਂ ਦੀ ਡਿਊਟੀ ਕੀ ਲਾਈ ਆ। ਤ੍ਰਿਪੁਰਾ ਦੇ ਵਿੱਚ ਭਾਜਪਾ ਦੀ ਸਰਕਾਰ ਆ। ਤ੍ਰਿਪੁਰਾ ਦੇ ਵਿੱਚ ਜਿਹੜਾ ਹੈ ਕਾਫੀ ਸਾਰੇ ਇਸ ਤਰ੍ਹਾਂ ਦੇ ਵਿਅਕਤੀ ਗਏ ਸੀ ਜਦੋਂ ਭਾਜਪਾ ਦੇ ਵਿੱਚ, ਉਹ ਤ੍ਰਿਣਮੂਲ ਕਾਂਗਰਸ ਤੋਂ ਗਏ ਸੀ। ਹੁਣ ਜਾ ਕੇ ਮੁਕੁਲ ਰਾਏ ਤ੍ਰਿਪੁਰਾ ਦੀ ਸਰਕਾਰ ਜਿਹੜੀ ਭਾਜਪਾ ਦੀ, ਉਹ ਉਹਨਾਂ ਨੂੰ ਵਾਪਸ ਯਾਨੀ ਕਿ ਘਰ ਵਾਪਸੀ ਕਰਨ ਗਏ ਹੋਏ ਆ। ਤੇ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਤ੍ਰਿਪੁਰਾ ਦੀ ਸਰਕਾਰ ਟੁੱਟ ਜੇ। ਫਟਾਫਟ ਬੀਜੇਪੀ ਨੇ ਆਪਣੇ ਜਿਹੜੇ BL ਸੰਤੋਸ਼ ਸੀਨੀਅਰ ਲੀਡਰ ਨਾਲ ਜਨਰਲ ਸੈਕਟਰੀ ਆ ਪਾਰਟੀ ਦੇ, ਜਿਸ ਤਰ੍ਹਾਂ ਉਹਨਾਂ ਨੂੰ ਪਹਿਲਾਂ ਉੱਤਰ ਪ੍ਰਦੇਸ਼ ਭੇਜਿਆ ਸੀ, ਹੁਣ ਉਸੇ ਤਰ੍ਹਾਂ ਉਹਨਾਂ ਨੂੰ ਤ੍ਰਿਪੁਰਾ ਰਵਾਨਾ ਕਰ ਦਿੱਤਾ ਕਿ ਜਾ ਕੇ ਕਿਸੇ ਤਰ੍ਹਾਂ ਮਸਲਾ ਸੁਲਝਾਓ। ਸਾਰੇ ਖੇਲ ਦੇ ਵਿੱਚ यूपी ਦੇ ਯੋਗੀ ਆਦਿੱਤਿਆਨਾਥ ਪਿਛਲੇ ਦਿਨੋਂ ਦਿੱਲੀ ਡੇਰਾ ਡਾਲ ਕੇ ਬੈਠੇ ਸੀਗੇ, ਔਰ ਯੇਦੂਰੱਪਾ ਉਹਨਾਂ ਦੀ ਵੀ ਗੱਲ ਕੱਲ ਤੱਕ ਤੇ ਇਹ ਚੱਲਦੀ ਸੀ ਵੀ ਸ਼ਾਇਦ ਭਾਜਪਾ ਉਹਨਾਂ ਨੂੰ ਲਾ ਦੇਗੀ। ਅੱਜ ਉਹਨਾਂ ਵਾਸਤੇ ਇੱਕ ਰਾਹਤ ਦੀ ਖਬਰ ਜ਼ਰੂਰ ਆਈ ਹੈ ਕਿ ਵੀ ਨਹੀਂ, ਬੀਜੇਪੀ ਨੇ ਇਹ ਫੈਸਲਾ ਕੀਤਾ ਵੀ ਫਿਲਹਾਲ ਉਹ ਕੰਟੀਨਿਊ ਰੱਖਣਗੇ। ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਬੀਜੇਪੀ ਦੇ ਹੀ ਆਗੂ ਆਪਣੀ ਪਾਰਟੀ ਦੀ ਖਿਲਾਫਤ ਕਰ ਰਹੇ ਨੇ ਕਿ ਉਹ ਕਿਸਾਨੀ ਮੁੱਦੇ ਦਾ ਹੱਲ ਨਾ ਹੋਣ ਕਰਕੇ ਭਾਜਪਾ ਦਾ ਰਾਜਨੀਤਿਕ ਭਵਿੱਖ ਬਹੁਤ ਖਤਰੇ 'ਚ ਹੈ। ਇਹ ਸਾਰੇ ਹਾਲਾਤ ਦੇ ਵਿੱਚ ਅਮਿਤ ਸ਼ਾਹ ਉਹਨਾਂ ਨੂੰ ਭਾਜਪਾ ਦਾ ਚਣਕਿਆ, ਰਾਜਨੀਤੀ ਦਾ ਚਣਕਿਆ ਕਹਿੰਦੇ ਸੀਗੇ, ਉਹ ਚਣਕਿਆ ਹੁਣ ਕਰ ਕੀ ਰਹੇ ਨੇ? ਦੇਖੋ ਅਮਿਤ ਸ਼ਾਹ ਬੜੇ ਓਵਰਰੇਟਡ ਸੀ, ਬਗੈਰ ਗੱਲ ਤੋਂ ਉਹਨਾਂ ਨੂੰ ਚਣਕਿਆ ਕਿਹਾ ਜਾ ਸੀ। ਚਣਕਿਆ ਚਨੁਕਿਆ ਉਹ ਹੈ ਨਹੀਂ ਸੀ। ਜਿਸ ਵਿਅਕਤੀ ਕੋਲੇ ਸਾਰੀਆਂ ਏਜੰਸੀਜ਼ ਹੋਣ, CBI ਤੋਂ ਲੈ ਕੇ NIA ਤੋਂ ਲੈ ਕੇ ਹਰ ਤਰ੍ਹਾਂ ਦੀ ਸੈਂਟਰਲ ਏਜੰਸੀ ਹੋਵੇ, ਜਿਸ ਵਿਅਕਤੀ ਕੋਲੇ ਅਥਾਹ ਪੈਸਾ ਹੋਵੇ ਔਰ ਇੰਨੇ ਵਰਕਰਸ ਦਾ ਸਾਥ ਹੋਵੇ, ਸਰਕਾਰ ਦਾ ਸਾਥ ਹੋਵੇ, ਔਰ ਜੋ ਮਰਜ਼ੀ ਉਹ ਕਰ ਸਕਦੇ। ਹੁਣ ਤੁਸੀਂ ਦੱਸੋ ਕਿ ਉਹਨਾਂ ਨੂੰ ਵੈਸਟ ਬੰਗਾਲ ਦੇ ਵਿੱਚ 100 ਨਾ ਟੱਪਣ, ਉਹ ਕੋਈ ਚਣਕਿਆ ਨਹੀਂ ਸੀ। ਔਰ ਵੈਸੇ ਵੀ ਤੁਸੀਂ ਦੇਖੋ ਭਾਜਪਾ ਨੇ ਬਹੁਤ ਸਾਰੀਆਂ ਸੀਟਾਂ, ਬਹੁਤ ਸਾਰੀਆਂ ਮਾਫ ਕਰਨਾ ਅਸੈਂਬਲੀ ਚੋਣਾਂ ਹਾਰੀਆਂ ਨੇ। ਤੁਸੀਂ ਗੱਲ ਕਰਨਾਟਕਾ ਦੀ ਕੀਤੀ ਹੈ, ਮੈਂ ਉਸ ਤੋਂ ਪਹਿਲਾਂ ਤੁਹਾਨੂੰ ਰਾਜਸਥਾਨ ਦੀ ਹਾਲਾਤ ਦੱਸ ਦਿੰਦਾ। ਰਾਜਸਥਾਨ ਦੇ ਵਿੱਚ ਵਸੁੰਧਰਾ ਰਾਜੇ ਲਗਾਤਾਰ ਬਾਗੀ ਹੋਏ ਨੇ, ਔਰ ਇਹਨਾਂ ਦੇ ਕਹਿਣ ਦੇ ਬਾਵਜੂਦ ਵੀ ਅਮਿਤ ਸ਼ਾਹ ਗ੍ਰਹਿ ਮੰਤਰੀ ਔਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ, ਇਹਨਾਂ ਦੇ ਕਹਿਣ ਦੇ ਬਾਵਜੂਦ ਉਹ ਸੈਂਟਰ ਗਵਰਨਮੈਂਟ ਦੇ ਵਿੱਚ ਯਾਨੀ ਕਿ ਸੈਂਟਰਲ ਲੀਡਰਸ਼ਿਪ ਦੇ ਵਿੱਚ ਨਹੀਂ ਆਉਣਾ ਚਾਹੁੰਦੇ। ਉਹਨਾਂ ਨੇ ਆਪਣਾ ਵੱਖਰਾ ਗਰੁੱਪ ਬਣਾਇਆ ਹੋਇਆ, ਔਰ ਉਹ ਭਾਜਪਾ ਦੀਆਂ ਇੱਥੋਂ ਤੱਕ ਕਿ ਰਾਜੀਵ ਮੀਟਿੰਗਾਂ ਵੀ ਨਹੀਂ ਅਟੈਂਡ ਕਰ ਰਹੇ, ਔਰ ਉਹਨਾਂ ਦੇ ਪੋਸਟਰ ਆਪਣੇ ਲੱਗ ਰਹੇ ਨੇ, ਬੈਨਰ ਆਪਣੇ ਲੱਗ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸ਼ੋਕ ਕੁਮਾਰ ਗਹਿਲੋਤ ਦੀ ਸਰਕਾਰ ਖਤਰੇ 'ਚ ਆ ਗਈ ਸੀ ਰਾਜਸਥਾਨ ਦੇ ਵਿੱਚ, ਉਦੋਂ ਵੀ ਜਾ ਕੇ ਵਸੁੰਧਰਾ ਰਾਜੇ ਨਹੀਂ ਬਚਾਇਆ ਸੀ। ਤੁਸੀਂ ਕਰਨਾਟਕਾ ਦੀ ਗੱਲ ਕੀਤੀ ਆ, ਕਰਨਾਟਕਾ ਦੇ ਵਿੱਚ ਯੇਦੂਰੱਪਾ ਨੂੰ ਲਾਉਣਾ ਚਾਹੁੰਦੇ ਨੇ, ਜਿਸ ਨੇ ਪਹਿਲਾਂ ਇਹਨਾਂ ਨੇ, ਤੁਹਾਨੂੰ ਯਾਦ ਹੋਣਾ, ਕਾਂਗਰਸ ਤੇ JDS ਦੀ ਸਰਕਾਰ ਸਿੱਟੀ ਸੀ। ਕੁਮਾਰਾਸਵਾਮੀ ਉਦੋਂ ਚੀਫ ਮਿਨਿਸਟਰ ਬਣੇ ਸੀ, ਲੇਕਿਨ ਉਹਨਾਂ ਤੋਂ ਟੁੱਟ ਕੇ ਫਿਰ ਇੱਧਰ ਆ ਗਏ। ਹੁਣ ਯੇਦੂਰੱਪਾ ਦੇ ਉਹਨਾਂ ਦੇ ਕੈਂਪ ਦੇ ਵਿੱਚ ਵੀ ਬਹੁਤ ਸਾਰੀ ਬਗਾਵਤ ਭਾਜਪਾ ਦੇ ਜਿਹੜੇ MLAs ਨੇ ਕਰ ਦਿੱਤੀ ਆ, ਪਰ ਇਹ ਉਹਨਾਂ ਨੂੰ ਲਾ ਨਹੀਂ ਸਕਦੇ, ਕਿਉਂਕਿ ਜਿਸ ਤਰ੍ਹਾਂ ਇਹ ਵਸੁੰਧਰਾ ਰਾਜੇ ਨੂੰ ਨਹੀਂ ਲਾ ਸਕਦੇ, ਜਿਸ ਤਰ੍ਹਾਂ ਆਦਿੱਤਿਆਨਾਥ ਯੋਗੀ ਨੂੰ ਨਹੀਂ ਲਾ ਸਕਦੇ, ਜਿਸ ਤਰ੍ਹਾਂ ਯੇਦੂਰੱਪਾ ਨੂੰ ਨਹੀਂ ਲਾ ਸਕਦੇ, ਕਿਉਂਕਿ ਸੈਂਟਰ ਦੇ ਵਿੱਚ ਕਿਸੇ ਟਾਈਮ ਜਿਹੜੀ ਨਰਿੰਦਰ ਮੋਦੀ ਉਹਨਾਂ ਦੀ ਕਮਾਂਡ ਸੀ, ਜਿਸ ਤਰ੍ਹਾਂ ਦਾ ਉਹਨਾਂ ਦਾ ਰੁਤਬਾ ਸੀ, ਉਹ ਬਹੁਤ ਜ਼ਿਆਦਾ ਥੱਲੇ ਡਿੱਗ ਪਿਆ। ਅਮਿਤ ਸ਼ਾਹ ਦੀ ਵੀ ਹੁਣ ਉਹ ਪੋਜੀਸ਼ਨ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ। ਇਸੇ ਕਰਕੇ ਇਹ ਕਿਸੇ ਦੇ ਖਿਲਾਫ ਐਕਸ਼ਨ ਨਹੀਂ ਲੈ ਪਾ ਰਹੇ, ਇਹੀ ਕਾਰਨ ਆ। ਇਸੇ ਕਰਕੇ ਬਗਾਵਤਾਂ ਦੇ ਸੁਰ ਮਨਪ੍ਰੀਤ ਇੱਥੇ ਸਮੇਂ ਦੀ ਘਾਟ ਸੀਗੀ। ਮੈਂ ਤੁਹਾਡੀ ਗੱਲ ਨੂੰ ਵੀ ਅੱਗੇ ਲੈ ਜਾਂਦੇ ਹੋਏ, UP ਦੇ ਵਿੱਚ ਯੋਗੀ ਆਦਿੱਤਿਆਨਾਥ ਨੂੰ ਭਾਜਪਾ ਲਾ ਨਹੀਂ ਸਕਦੀ, ਇਹ ਗੱਲ ਸਾਬਿਤ ਹੋ ਚੁੱਕੀ। ਯੇਦੂਰੱਪਾ ਉਹਨਾਂ ਦੇ ਖਿਲਾਫ ਇੰਨੀ ਬਗਾਵਤ ਹੋਣ ਦੇ ਬਾਵਜੂਦ ਵੀ ਭਾਜਪਾ ਦੇ ਦਿੱਲੀ ਦੇ ਵਿੱਚ ਬੈਠੇ ਹੋਏ ਨੇਤਾ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਸਕੇ। ਜਿਹੜੇ ਸਿੰਧੀਆ ਮੈਡਮ, ਉਹਨਾਂ ਦੇ ਖਿਲਾਫ ਵੀ ਵਸੁੰਧਰਾ ਰਾਜੇ ਸਿੰਧੀਆ, ਉਹਨਾਂ ਦੇ ਖਿਲਾਫ ਵੀ ਕੋਈ ਐਕਸ਼ਨ ਲੈਣ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ। ਇਟ ਮੀਨਸ ਦਿੱਲੀ ਦੇ ਵਿੱਚ ਜਿਹੜੀ ਭਾਜਪਾ ਦੀ ਹਾਈ ਕਮਾਨ, ਜਿਹਨੂੰ ਆਪਾਂ ਮੋਦੀ ਉਹਨਾਂ ਤੇ ਸ਼ਾਹ ਉਹਨਾਂ ਦੀ ਜੋੜੀ ਕਹਿੰਦੇ ਆ, ਉਹ ਕਿਸੇ ਨਾ ਕਿਸੇ ਜਗ੍ਹਾ ਵੀਕ ਹੋ ਰਹੇ ਨੇ। ਇਹ ਤੁਹਾਡੀ ਗੱਲਾਂ ਤੋਂ ਇਹ ਗੱਲ ਸਾਬਿਤ ਵੀ ਹੋਈ, ਔਰ ਐਕਸ਼ਨ ਵੀ ਦੇਖਣ ਨੂੰ ਦੇਖੀਏ ਤੇ ਉਹ ਕਿਸੇ ਨਾ ਕਿਸੇ ਜਗ੍ਹਾ ਉਹਨਾਂ ਪੋਲੀਟੀਸ਼ੀਅਨਾਂ ਦੇ ਖਿਲਾਫ, ਉਹਨਾਂ ਮੁੱਖ ਮੰਤਰੀਆਂ ਦੇ ਖਿਲਾਫ ਜਿਨ੍ਹਾਂ ਕਰਕੇ ਸਰਕਾਰਾਂ ਬਦਨਾਮ ਹੋ ਰਹੀ ਹੈ, ਉਹ ਐਕਸ਼ਨ ਨਹੀਂ ਲੈ ਪਾ ਰਹੇ। ਇਹ ਸਾਰੀ ਗੱਲ ਦਰਸਾਉਂਦੀ ਹੈ ਕਿ 2024 ਦੀ ਲੜਾਈ ਭਾਜਪਾ ਵਾਸਤੇ ਕੋਈ ਸੌਖੀ ਨਹੀਂ ਹੈਗੀ। ਜੇ ਹਜੇ ਆਪਣੇ ਘਰ ਨੂੰ ਆਰਡਰ ਦੇ ਵਿੱਚ ਨਹੀਂ ਲੈ ਕੇ ਆਉਂਦੇ ਤੇ ਉਹ ਲੜਾਈ ਬੜੀ ਔਖੀ ਹੋਏਗੀ। ਅਸੀਂ ਅੱਗੇ ਵੀ ਇਸ ਤਰ੍ਹਾਂ ਦੇ ਮੁੱਦਿਆਂ ਤੇ ਮਨਪ੍ਰੀਤ ਤੁਹਾਡੇ ਨਾਲ ਗੱਲ ਕਰਦੇ ਰਹਾਂਗੇ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਰਾਜੀਵ।